ਹੁਣ ਸਭ ਤੋਂ ਪਹਿਲਾਂ ਆਪਾਂ ਇੱਕ ਵਾਰ ਇਹ ਸਮਝ ਲਈਏ ਵੀ ਲਾਅ ਆਫ ਪ੍ਰੋਡਕਸ਼ਨ ਕੀ ਹੈ। ਹੁਣ ਲਾਅ ਆਫ ਪ੍ਰੋਡਕਸ਼ਨ ਕੀ ਹੈ? when the producer assume effect a change in his production by increasing or decreasing only one factor of production। ਜਦੋਂ ਪ੍ਰੋਡਿਊਸਰ ਜਿਹੜਾ ਹੈਗਾ ਆ ਅਜ਼ਿਊਮ ਕਰਦਾ ਹੈ ਕੋਈ ਇਫੈਕਟ ਨੂੰ ਵੀ ਚੇਂਜ ਹੋਇਆ ਹੈ, ਕੋਈ ਚੀਜ਼ ਪ੍ਰੋਡਕਸ਼ਨ ਦੇ ਵਿੱਚ ਵਧੀ ਹੈ ਜਾਂ ਘਟੀ ਹੈ, ਇੱਕ ਫੈਕਟਰ ਦੀ ਪ੍ਰੋਡਕਸ਼ਨ 'ਚ ਕੋਈ ਚੀਜ਼ ਵਧੀ ਹੈ ਜਾਂ ਘਟੀ ਹੈ, ਜਾਂ देयर इज अ चेंज इन दी ਕੰਬੀਨੇਸ਼ਨ ਆਫ ਜਾਂ ਕੋਈ ਹੋਰ ਫੈਕਟਰ ਦੇ ਵਿੱਚ ਚੇਂਜ ਆਇਆ ਤਾਂ ਉਹਦੇ ਵਿੱਚ ਉਹਨੂੰ ਕੀ ਕਹਿੰਦੇ ਨੇ? ਲਾਅ ਆਫ ਪ੍ਰੋਡਕਸ਼ਨ ਕਹਿੰਦੇ ਨੇ। ਜਦੋਂ ਕੋਈ ਚੀਜ਼ ਵੱਧ ਜਾਂਦੀ ਹੈ, ਘਟ ਜਾਂਦੀ ਹੈ, ਜਾਂ ਕੁਝ ਅਨਦਰ ਫੈਕਟਰ ਦੇ ਵਿੱਚ ਕੁਝ ਸਮ ਚੇਂਜਸ ਆ ਜਾਂਦੇ ਆ। ਹੁਣ ਲਾਅ ਆਫ ਪ੍ਰੋਡਕਸ਼ਨ ਦੇ ਵਿੱਚ ਦੋ ਤਰ੍ਹਾਂ ਦੇ ਹੁੰਦੇ ਆ ਜਿਹੜੇ ਕਿ ਕਵਰ ਅਪ ਕਰਦੇ ਆ, ਜਿਹਨੂੰ ਕਿ ਅਸੀਂ ਐਕਚੁਅਲ 'ਚ ਸ਼ਾਰਟ ਰਨ ਤੇ ਲੌਂਗ ਰਨ ਦੇ ਵਿੱਚ ਗਿਣਦੇ ਆ। law of variable proportion or return to a factor। ਜਿਹੜਾ ਵੇਰੀਏਬਲ ਪ੍ਰਪੋਰਸ਼ਨ ਹੈ ਕਿਹੜਾ ਹੁੰਦਾ ਸੀਗਾ? ਜਿਹੜਾ ਅਸੀਂ ਕਰਿਆ ਸੀਗਾ ਚੇਂਜ ਹੁੰਦਾ ਸਿੰਗਲ ਵੇਰੀਏਬਲ ਫੈਕਟਰ 'ਚ, ਬਾਕੀ ਕਾਂਸਟੈਂਟ ਰਹਿੰਦੇ ਨੇ। ਤਾਂ ਉਹ ਕੀ ਹੁੰਦਾ? ਸ਼ਾਰਟ ਰਨ ਵਾਸਤੇ ਹੁੰਦਾ, ਜਿਹੜਾ ਕਿ ਅਸੀਂ ਇੱਥੇ ਕਵਰ ਕਰ ਲਿਆ ਟਾਈਪ ਦੇ ਵਿੱਚ। ਸੈਕਿੰਡ ਕੀ ਹੈ? ਲਾਅ ਆਫ ਰਿਟਰਨ ਆਫ ਸਕੇਲ। ਲਾਅ ਆਫ ਰਿਟਰਨ ਆਫ ਸਕੇਲ ਜਿਹੜਾ ਕਿ ਆਲ ਫੈਕਟਰਸ ਜਿਹੜੇ ਨੇ ਵੇਰੀਏਬਲ ਦੇ ਦੈਟ ਆਰ ਸੇਮ, ਤੇ ਇਹ ਹੁੰਦਾ ਲੌਂਗ ਰਨ ਐਨਾਲਾਈਸਿਸ ਕਾਦੇ ਵਾਸਤੇ? ਪ੍ਰੋਡਕਸ਼ਨ ਥਿਊਰੀ ਵਾਸਤੇ। ਐਂਡ ਨੈਕਸਟ ਇਜ਼ ਹੁਣ ਅਸੀਂ ਕਰਾਂਗੇ ਸ਼ਾਰਟ ਰਨ। ਹੁਣ ਦੇਖੋ ਸ਼ਾਰਟ ਰਨ ਦੇ ਵਿੱਚ ਕੀ ਹੋਏਗਾ? ਦ ਲਾਅ ਆਫ ਵੇਰੀਏਬਲ ਪ੍ਰਪੋਰਸ਼ਨ ਇਜ਼ ਦੈਟ ਲਾਅ ਵਿਚ predict the consequences of varying the proportion in which the fixed and variable factor of production are used। ਉਹ ਵਾਲਾ law of variable ਜਿਹਦੇ ਵਿੱਚ ਕੀ ਹੋਏਗਾ? predict ਕੀਤਾ ਜਾਂਦਾ ਆ consequences ਨੂੰ, ਜਿਹੜੇ ਕਿ ਪ੍ਰੋਡਕਸ਼ਨ ਦੀ ਪ੍ਰਪੋਰਸ਼ਨ ਦੇ ਵਿੱਚ ਸਮ ਵੈਰਿੰਗ ਹੁੰਦੀਆਂ, ਜਿਹੜੇ ਕਿ ਡਿਫਰੈਂਸ ਹੁੰਦੇ ਨੇ ਫਿਕਸਡ ਔਰ ਵੇਰੀਏਬਲ ਫੈਕਟਰ ਦੀ ਪ੍ਰੋਡਕਸ਼ਨ ਦੇ ਵਿੱਚ ਯੂਜ਼ ਹੁੰਦੇ ਨੇ, ਉਹ ਸ਼ੋ ਕਰਦਾ ਹੈ। ਇਹਦੇ ਵਿੱਚ ਯਾਦ ਰੱਖਿਓ ਇੱਕ ਫੈਕਟਰ 'ਚ ਚੇਂਜ ਹੁੰਦਾ ਹੈ, ਬਾਕੀ ਅਨਦਰ ਫੈਕਟਰ ਆਰ ਕਾਂਸਟੈਂਟ। ਅਜ਼ੰਪਸ਼ਨ ਕੀ ਹੈ? ਵਨ ਫੈਕਟਰ ਇਜ਼ ਵੇਰੀਏਬਲ ਵਾਈ ਦੀ ਅਨਦਰ ਫੈਕਟਰ ਆਰ ਫਿਕਸਡ। ਇੱਕ ਚੇਂਜ ਹੁੰਦਾ ਆ, ਵੇਰੀਏਬਲ ਹੁੰਦਾ, ਬਾਕੀ ਕੀ ਹੁੰਦੇ ਨੇ? ਕਾਂਸਟੈਂਟ ਹੁੰਦੇ ਨੇ। ਆਲ ਯੂਨਿਟ ਆਫ ਵੇਰੀਏਬਲ ਹੋਮੋਜੀਨੀਅਸ ਹੁੰਦੀ ਹੈ ਸਾਰੀ ਯੂਨਿਟਸ ਵੇਰੀਏਬਲ ਦੀ, ਤੇ ਕੋਈ ਚੇਂਜ ਨਹੀਂ ਹੁੰਦਾ ਟੈਕਨੀਕ ਆਫ ਪ੍ਰੋਡਕਸ਼ਨ ਦੇ ਵਿੱਚ, ਕੋਈ ਵੀ ਚੇਂਜ ਨਹੀਂ ਹੁੰਦਾ। ਠੀਕ ਹੈ, ਹੁਣ ਐਕਸਪਲੇਨ ਕਰਦੇ ਆ ਵਿਦ ਦੀ ਹੈਲਪ ਆਫ ਟੇਬਲ। ਹੁਣ ਸਭ ਤੋਂ ਪਹਿਲਾਂ ਯੂਨਿਟ ਆਫ ਲੈਂਡ 1 ਯੂਨਿਟ ਆਫ ਲੇਬਰ ਮੈंने ਲਈ ਹੈ 1 2 3 4, ਟੋਟਲ ਪ੍ਰੋਡਕਟ ਲਏ ਹੋਏ ਆ 2 5 9 12 ਐਂਡ ਮਾਰਜਨਲ ਪ੍ਰੋਡਕਟ ਲਿਆ ਹੋਇਆ ਹੈ ਜਿਹੜਾ ਕਿ ਚੇਂਜ ਇਨ ਟੋਟਲ ਪ੍ਰੋਡਕਟ ਐਂਡ ਚੇਂਜ ਇਨ ਲੇਬਰ 3 4 3, ਕਿਉਂਕਿ 2 ਦਾ ਤਾਂ ਹੋਣਾ ਨਹੀਂਗਾ, 5 ਔਰ 2 ਚ ਡਿਫਰੈਂਸ ਜਿਹੜੀ ਹੈਗੀ ਆ, ਮਾਰਜਨ ਕਿੰਨਾ ਪੈਂਦਾ 3 ਦਾ, 9 ਔਰ 5 ਚ 4 ਦਾ, 12 ਔਰ 9 ਚ 3 ਦਾ। ਐਂਡ ਐਵਰੇਜ ਵੀ ਆਲ ਨੋ ਦੈਟ ਐਵਰੇਜ ਇਜ਼ ਲਾਈਕ TP, ਮਤਲਬ ਕਿ ਟੋਟਲ ਪ੍ਰੋਡਕਟ ਡਿਵਾਈਡ ਬਾय L। ਓਕੇ, ਤਾਂ ਸਾਡਾ ਟੋਟਲ ਪ੍ਰੋਡਕਟ ਹੈਗਾ 2 ਡਿਵਾਈਡ ਬਾय L ਇਜ਼ 2, 5 divided by 2 is 2.5, 9 divided by 3 is 3, 12 divided by 4 is 3, and then ਇਹ ਹੈਗਾ ਸਾਡਾ end of first stage beginning of second stage। ਦੇਖੋ ਜਦੋਂ ਆਪਾਂ ਕੁਐਸਚਨ 'ਚ ਪ੍ਰੈਜ਼ੈਂਟ ਕਰਨਾ ਆ ਫॉर ਦੀ MCOM MBA ਵਾਸਤੇ, ਜਦੋਂ ਅਸੀਂ ਇਸ ਤਰੀਕੇ ਨਾਲ ਇਕਨੋਮਿਕਸ ਦੇ ਵਿੱਚ ਕੁਐਸਚਨ ਨੂੰ ਪ੍ਰੈਜ਼ੈਂਟ ਕਰਕੇ ਆਉਂਦੇ ਆ ਤਾਂ ਆਪਣੇ ਮਾਰਕਸ ਬਹੁਤ ਵਧੀਆ ਗੇਨ ਹੁੰਦੇ ਆ। ਠੀਕ ਹੈ, ਤਾਂ ਇਹ ਆਪਣੀ ਇੱਕ ਸਟੇਜਸ ਆਪਾਂ ਨੇ ਐਕਸਪਲੇਨ ਕਰਨੀਆਂ ਨੇ ਵੀ ਜਦੋਂ ਫਸਟ ਸਟੇਜ ਦੀ ਐਂਡ ਹੈ, ਸੈਕਿੰਡ ਸਟੇਜ ਦੀ ਬਿਗਨਿੰਗ ਹੈ, ਤਾਂ ਉਹਦੇ ਵਿੱਚ ਅਸੀਂ ਨੇ ਜਦੋਂ 5th 6th ਔਰ 7th ਨੰਬਰ ਆਫ ਲੇਬਰ ਲਿਆ ਤੇ ਅਸੀਂ ਨੇ ਟੋਟਲ ਪ੍ਰੋਡਕਟ ਕਿੰਨੇ ਲਏ ਆ 14 15 ਔਰ 15। ਮਾਰਜਨ ਸਾਡਾ 210 ਹੋ ਗਿਆ ਐਂਡ ਸਾਡਾ ਐਵਰੇਜ ਪ੍ਰੋਡਕਟ 2.8 2.5। ਇਹਦੇ ਵਿੱਚ ਯਾਦ ਹੈ ਤੁਹਾਨੂੰ ਵੀ ਜਦੋਂ ਇਹ ਟੋਟਲ ਪ੍ਰੋਡਕਟ ਹੈ ਇਹ ਪਹਿਲਾਂ ਵਧਿਆ ਫਿਰ ਇਹ ਕਾਂਸਟੈਂਟ ਰਿਹਾ, ਜਦੋਂ ਐਂਡ ਹੋਇਆ ਸੈਕਿੰਡ ਸਟੇਜ ਦਾ ਬਿਗਨਿੰਗ ਹੋਈ ਥਰਡ ਸਟੇਜ ਦੀ, ਇੱਥੇ ਫਸਟ ਹੈ ਇੱਥੇ ਥਰਡ ਸਟੇਜ ਆਊਗਾ, ਜਦੋਂ ਬਿਗਨਿੰਗ ਹੋਈ ਥਰਡ ਸਟੇਜ ਦੀ ਤਾਂ 8 ਲੇਬਰ ਲਏ ਹੈ, ਉਹ 15 ਤੋਂ ਟੋਟਲ ਪ੍ਰੋਡਕਟ 14 ਤੇ ਆ ਗਿਆ, ਮਤਲਬ ਕਿ ਡਾਊਨ ਹੋ ਗਿਆ, ਤੇ ਮਾਰਜਨ ਸਾਡੀ ਕੀ ਹੋ ਗਈ -1 ਹੋ ਗਈ, ਮੈਨੂੰ ਨੈਗੇਟਿਵ ਪੁਆਇੰਟ ਚਲੇਗੀ, ਤੇ ਐਵਰੇਜ ਸਾਡੀ ਵੀ ਡਾਊਨ ਚਲੇਗੀ। ਇਸ ਕਰਕੇ ਇਸ ਵਿੱਚ ਮੈंने ਪ੍ਰੈਜ਼ੈਂਟ ਕੀਤਾ ਹੋਇਆ ਐਜ਼ ਅ ਰੈਂਡਮਲੀ ਨੰਬਰ ਆਫ ਲੇਬਰਸ ਮੈंने ਇੱਥੇ ਲਏ ਹੋਏ ਹੈ। ਨੰਬਰ ਆਫ ਲੇਬਰਸ ਯੂ ਨੋ ਇਹ ਸਾਡਾ ਹੈਗਾ ਆ ਪ੍ਰੋਪਰ ਆਪਣਾ ਟੋਟਲ ਪ੍ਰੋਡਕਟ ਨੂੰ ਪ੍ਰੈਜ਼ੈਂਟ ਕਰਨ ਵਾਲਾ, ਇਹ ਹੈਗਾ ਐਵਰੇਜ ਪ੍ਰੋਡਕਟ ਤੇ ਮਾਰਜਨ ਪ੍ਰੋਡਕਟ ਨੂੰ ਪ੍ਰੈਜ਼ੈਂਟ ਕਰਨ ਵਾਸਤੇ, ਮਤਲਬ ਕਿ ਐਵਰੇਜ ਪ੍ਰੋਡਕਸ਼ਨ ਤੇ ਮਾਰਜਨ ਪ੍ਰੋਡਕਸ਼ਨ, ਇਹਦੇ ਵਿੱਚ ਟੋਟਲ ਪ੍ਰੋਡਕਸ਼ਨ। ਹੁਣ ਸਭ ਤੋਂ ਪਹਿਲਾਂ 0x 0y ਤੇ ਆਪਾਂ ਨੇ 2 ਬਣਾਤੇ
ਠੀਕ ਹੈ। ਇਹ ਸਾਡੀ ਇੱਥੇ ਨੰਬਰ ਆਫ ਲੇਬਰਸ ਨੇ ਤੇ ਪ੍ਰੋਡਕਟ ਹੈ, ਇਹ ਵੀ ਨੰਬਰ ਆਫ ਲੇਬਰਸ ਨੇ ਪ੍ਰੋਡਕਟ ਹੈ। ਹੁਣ ਸਾਨੂੰ ਇੰਨਾ ਪਤਾ ਹੈ ਵੀ ਜਦੋਂ ਫਸਟ ਸਟੇਜ ਹੈ, ਫਸਟ ਸਟੇਜ ਦੇ ਵਿੱਚ ਕੀ ਹੋਏਗਾ, ਜਦੋਂ ਟੋਟਲ ਪ੍ਰੋਡਕਟ ਦੀ ਗੱਲ ਹੋਈ ਹੈ ਤਾਂ ਟੋਟਲ ਪ੍ਰੋਡਕਟ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਤਾਂ ਉਹ ਸਾਡਾ 2 5 9 12 ਗਿਆ ਹੈ। ਉਹ ਤੋਂ ਬਾਅਦ ਕਿੰਨਾ ਗਿਆ 14 15 15 ਔਰ 14, ਮਤਲਬ ਕਿ 2 ਇੱਥੋਂ ਦੀ ਇਨਕਰੀਜ਼ ਹੁੰਦਾ ਹੁੰਦਾ ਕਾਂਸਟੈਂਟ ਰਿਹਾ ਤੇ ਡਿਕਰੀਜ਼ ਹੋਇਆ ਇੱਥੇ, ਤਾਂ ਉਹ ਕੀ ਹੋ ਗਿਆ, ਜਿੱਥੇ ਕਾਂਸਟੈਂਟ ਰਿਹਾ ਉੱਥੇ ਪੁਆਇੰਟ ਬਣਾਤਾ ਤੇ ਟੋਟਲ ਪ੍ਰੋਡਕਟ ਨੂੰ ਪ੍ਰੈਜ਼ੈਂਟ ਕਰਦਾ ਹੈ। ਹੁਣ ਸਾਨੂੰ ਇੰਨਾ ਪਤਾ ਵੀ ਇੱਥੇ ਇਹ ਇਨਕਰੀਜ਼ ਹੋਇਆ, ਇੱਥੇ ਇਹ ਹਾਈਲੀ ਪੀਕ ਪੁਆਇੰਟ ਤੇ ਸੀਗਾ ਤੇ ਇਹ ਸਾਡੀ ਫਸਟ ਸਟੇਜ ਦੇ ਵਿੱਚ ਹੈ। ਫਸਟ ਸਟੇਜ ਸਾਡੀ ਕਿਹੜੀ ਹੈ, ਜਿਹੜੀ ਕਿ ਸਾਡੀ A ਹੈ, ਠੀਕ ਹੈ, ਜਿਹਦੇ ਵਿੱਚ ਅਸੀਂ ਸਿੰਪਲ 4 ਜਿਹੜੇ ਹੈਗੇ ਆ ਲੇਬਰਸ ਲਈਆਂ ਨੇ। ਸੈਕਿੰਡ ਸਟੇਜ ਸਾਡੀ A ਹੈ, ਜਦੋਂ ਕਿ ਫਸਟ ਸਟੇਜ ਦਾ ਐਂਡ ਹੋਇਆ ਤੇ ਸੈਕਿੰਡ ਦੀ ਬਿਗਨਿੰਗ ਹੋਈ, ਜਿਹਦੇ ਵਿੱਚ 5 6 7th ਲੇਬਰ ਲਈ ਅਸੀਂ ਨੇ ਤੇ ਥਰਡ ਸਾਡੀ ਕੀ ਹੈ, ਜਿਹਦੇ ਵਿੱਚ ਜਸਟ 8 ਹੈ। ਉਹ ਸਾਡਾ ਕੀ ਚਲਾ ਗਿਆ ਸੀਗਾ 14 ਤੇ ਚਲਾ ਗਿਆ ਸੀ, ਨੈਗੇਟਿਵ ਤੇ ਚਲਾ ਗਿਆ ਸੀ। ਥਰਡ ਤੋਂ ਬਾਅਦ ਉਹ ਨੈਗੇਟਿਵ ਚਲਾ ਗਿਆ ਸੀ, ਤਾਂ ਇਹ ਸਾਡਾ ਟੋਟਲ ਪ੍ਰੋਡਕਟ ਨੂੰ ਪ੍ਰੈਜ਼ੈਂਟ ਕਰਦਾ ਹੈ। ਦੈਨ ਸਾਡਾ ਮਾਰਜਨਲ ਤੇ ਐਵਰੇਜ ਨੂੰ ਪ੍ਰੈਜ਼ੈਂਟ ਕਰਨ ਵਾਲਾ ਨੰਬਰ ਆਫ ਲੇਬਰਸ ਅਸੀਂ ਨੀਚੇ ਲਈਆਂ ਹੋਈਆਂ ਨੇ, ਪ੍ਰੋਡਕਟ ਅਸੀਂ ਉੱਪਰ ਲਿਆ ਹੋਇਆ। ਹੁਣ ਸਾਨੂੰ ਇੰਨਾ ਪਤਾ ਹੈ ਵੀ ਜੇ ਅਸੀਂ ਗੱਲ ਕਰੀਏ ਮਾਰਜਨਲ ਦੀ ਤਾਂ ਮਾਰਜਨ ਪ੍ਰੋਡਕਟ ਦੇ ਵਿੱਚ ਪਹਿਲਾਂ ਹੈ ਨਹੀਂ, ਉਸ ਤੋਂ ਬਾਅਦ ਹੈਗਾ ਆਪਣਾ ਸੈਕਿੰਡ ਤੋਂ ਹੈਗਾ ਆਪਣਾ 3 4 3, ਠੀਕ ਹੈ, 3 ਆਪਣਾ ਚਲਾ ਗਿਆ 3 4 3, ਠੀਕ ਹੈ। ਆਫਟਰ 3 4 3 ਉਹ ਤੋਂ ਬਾਅਦ ਕੀ ਚਲਾ ਗਿਆ 2 1 0, 3 4 3 ਤੋਂ ਬਾਅਦ 2 1 0 ਜਾ ਕੇ ਉਹ ਹੋ ਗਿਆ। ਆਫਟਰ ਦੈਟ ਉਹ -6 ਚ ਚਲਾ ਗਿਆ, ਤਾਂ ਮਤਲਬ ਮਾਈਨਸ ਚ ਚਲੇਗੀ ਮਾਰਜਨ, ਨੈਗੇਟਿਵ ਪੁਆਇੰਟ